बहुत बहुत स्वागत है। ये है द नवजोत ढिल्लों वॉल ते मैं हाँ नवजोत ढिल्लों। हर वारी इस सिलसिले के तहत इस प्लेटफॉर्म तो तुहाडे लई लैके आउणी आ कुछ ख्याल ते कुछ सवाल चिट्ठियां दे रूप दे विच। वो चिट्ठियां जिन्हां दा नाम दिता गया है, जिन्हां नूं नाम मैं दिता है चिट्ठियां अणलिखियां। ते चिट्ठियां अणलिखियां मेरे कोल पहुँच रही ने। तुहाडा सारिआं दा बहुत बहुत शुक्रिया जिहड़े चिट्ठियां भेज रहे ने। ते सब तो वधिया गल ये है कि वो ख्याल तुहाडे, वो सवाल ਜਿਹੜੇ ਤੁਹਾਡੇ ਅੰਦਰ ਦੱਬੇ ਹੋਏ ਸਨ, ਤੁਸੀਂ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਕਿਹਦੇ ਨਾਲ ਗੱਲ ਕਰੀਏ। ਮੈਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਐਟਲੀਸਟ ਤੁਸੀਂ ਇਸ ਪਲੇਟਫਾਰਮ ਨੂੰ ਉਸ ਦੇ ਕਾਬਲ ਸਮਝ ਰਹੇ ਹੋ ਅਤੇ ਚਿੱਠੀਆਂ ਅਣਲਿਖੀਆਂ ਲਿਖ ਕੇ ਭੇਜ ਰਹੇ ਹੋ। ਅੱਜ ਦੀ ਜਿਹੜੀ ਚਿੱਠੀ ਹੈ ਬਹੁਤ ਇੱਕ ਪਿਆਰੀ ਚਿੱਠੀ ਮੈਂ ਕਹਾਂਗੀ, ਬਹੁਤ ਡੂੰਘਾਈ ਨਾਲ ਲਿਖੀ ਹੋਈ ਚਿੱਠੀ ਹੈ ਅਤੇ ਬਹੁਤ ਜ਼ਰੂਰੀ ਚਿੱਠੀ ਹੈ। ਇਸ ਤੋਂ ਪਹਿਲਾਂ ਕਿ ਮੈਂ ਇਹ ਗੱਲ ਭੁੱਲ ਜਾਵਾਂ ਕਿ ਮੈਂ ਤੁਹਾਨੂੰ ਇਹ ਚਿੱਠੀ ਅਗਾਂਹ ਸ਼ੇਅਰ ਕਰਨ ਲਈ ਕਹਾਂ, ਮੈਂ ਬਿਗਿਨਿੰਗ ਦੇ ਵਿੱਚ ਹੀ, ਮੈਂ ਸ਼ੁਰੂ ਦੇ ਵਿੱਚ ਹੀ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਇਸ ਚਿੱਠੀ ਨੂੰ ਤੁਸੀਂ ਕੋਸ਼ਿਸ਼ ਕਰਿਓ ਕਿ ਵੱਧ ਤੋਂ ਵੱਧ ਇਹ ਚਿੱਠੀ ਸ਼ੇਅਰ ਕੀਤੀ ਜਾਵੇ। ਕਿਉਂ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ? ਇਹ ਚਿੱਠੀ ਸੁਣ ਕੇ ਤੁਹਾਨੂੰ ਜ਼ਰੂਰ ਪਤਾ ਲੱਗੇਗਾ, ਆਪਣੇ ਆਪ ਇਸ ਸਵਾਲ ਦਾ ਤੁਹਾਨੂੰ ਜਵਾਬ ਮਿਲ ਜਾਏਗਾ। ਤੇ ਆਓ ਫਿਰ ਸਿਲਸਿਲਾ ਸ਼ੁਰੂ ਕਰਦੇ ਹਾਂ ਚਿੱਠੀਆਂ ਅਣਲਿਖੀਆਂ ਦਾ। ਇਹ ਚਿੱਠੀ ਜਿਹੜੀ ਮੇਰੇ ਕੋਲ ਆਈ ਹੈ, ਇਹ ਪੰਜਾਬ ਦੇ ਇੱਕ ਪਿੰਡ ਤੋਂ ਚਿੱਠੀ ਆਈ ਹੈ ਅਤੇ ਇਹ ਚਿੱਠੀ ਲਿਖਣ ਵਾਲੇ ਇਹਨਾਂ ਦਾ ਨਾਮ ਵੀ ਮੈਂ ਬਦਲ ਰਹੀ ਹਾਂ। ਭਾਵੇਂ ਇਹਨਾਂ ਨੇ ਇਹ ਬੇਨਤੀ ਕੀਤੀ ਸੀ ਕਿ ਇਹਨਾਂ ਦਾ ਨਾਮ ਨਾ ਬਦਲਿਆ ਜਾਵੇ, ਪਰ ਜਿਵੇਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਕੋਸ਼ਿਸ਼ ਕਰਾਂਗੀ ਕਿ ਕੋਈ ਵੀ ਇਹੋ ਜਿਹੀ ਗੱਲਬਾਤ ਜਿਹਨੇ ਤੁਹਾਨੂੰ ਠੇਸ ਪਹੁੰਚਾਈ ਹੋਵੇ ਜਾਂ ਤੁਸੀਂ ਕਿਸੇ ਨੂੰ ਠੇਸ ਪਹੁੰਚਾ ਸਕਦੇ ਹੋਵੋ, ਇਹੋ ਜਿਹੀ ਕੋਈ ਸੰਭਾਵਨਾ ਹੋਵੇ। ਮੈਂ ਨਹੀਂ ਚਾਹੁੰਦੀ ਕਿ ਨਾਮ ਜ਼ਾਹਰ ਹੋਣਾ ਚਾਹੀਦਾ। ਜਿਹੜਾ ਮੁੱਦਾ ਹੈ, ਮੁੱਖ ਮੁੱਦਾ ਹੈ, ਉਹ ਉੱਭਰ ਕੇ ਸਾਹਮਣੇ ਆਉਣਾ ਚਾਹੀਦਾ ਅਤੇ ਤੁਹਾਡੀ ਜਿਹੜੀਆਂ ਦੱਬੀਆਂ ਹੋਈਆਂ ਗੱਲਾਂ ਸੀ ਉਹ ਤੁਹਾਡੇ ਮਨ ਤੋਂ ਬਾਹਰ ਆਉਣੀਆਂ ਚਾਹੀਦੀਆਂ। ਅਤੇ ਇਹ ਚਿੱਠੀ ਪੜ੍ਹ ਰਹੀ ਹਾਂ ਮੈਂ ਤੁਹਾਡੇ ਲਈ। ਸੋ ਨਾਮ ਲਿਖਣ ਵਾਲੇ ਦਾ ਅਸਲੀ ਨਾਮ ਨਹੀਂ ਲੈ ਰਹੀ, ਇਹ ਮੈਂ ਬਦਲ ਰਹੀ ਹਾਂ। ਇਹਨਾਂ ਦਾ ਨਾਮ ਮੈਂ ਆਪਣੇ ਵੱਲੋਂ ਦਿਲਗੀਤ ਦਿੱਤਾ ਹੈ। ਲਿਖਤਮ ਦਲਗੀਤ ਸਿੰਘ। ਅੱਗੇ ਮਿਲੇ ਸਤਿਕਾਰਯੋਗ ਭੈਣ ਜੀ ਨਵਜੋਤ ਕੌਰ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ, ਕਿਉਂਕਿ ਮੇਰੇ ਵਰਗੇ ਬਦਨਸੀਬਾਂ ਵਾਸਤੇ ਇਹੋ ਜਿਹੇ ਪਲੇਟਫਾਰਮ ਬਹੁਤ ਮਾਇਨੇ ਰੱਖਦੇ ਹਨ। ਮੈਂ ਰੱਬ ਦੇ ਦਰੋਂ ਧੱਕਿਆ ਹੋਇਆ ਉਹ ਇਨਸਾਨ ਹਾਂ ਜਿਸ ਨੇ ਆਪਣੀ ਮਾਂ ਦੇ ਜਿਉਂਦੇ ਜੀ ਉਹਨੂੰ ਰੱਜ ਕੇ ਨਰਕ ਦਿਖਾਇਆ। ਜਿਉਣ ਦੀ ਸਮਝ ਉਦੋਂ ਆਈ ਜਦੋਂ ਉਹ ਮੇਰੇ ਹੀ ਕਾਰਨ ਇਸ ਦੁਨੀਆ ਤੋਂ ਚਲੀ ਗਈ। ਮਾਂ ਤੋਂ ਮੁਆਫੀ ਨਹੀਂ ਸੀ ਮੰਗ ਸਕਦਾ, ਪਰ ਜੇ ਆਪਣੇ ਗੁਨਾਹਾਂ ਨੂੰ ਸਭ ਦੇ ਸਾਹਮਣੇ ਕਬੂਲ ਕਰ ਲਵਾਂ ਤਾਂ ਸ਼ਾਇਦ ਕਿਤੋਂ ਮੁਆਫੀ ਮਿਲ ਜਾਵੇ। ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਭੈਣੇ ਕਿ ਮੇਰਾ ਅਸਲੀ ਨਾਮ ਹੀ ਲੈਣਾ। ਮੈਂ ਬੜਾ ਕੁਝ ਲੁਕੋਇਆ ਇਸ ਦੁਨੀਆ ਤੋਂ, ਬੜਾ ਠੱਗਿਆ ਆਪਣੇ ਅਤੇ ਬੇਗਾਨਿਆਂ ਨੂੰ, ਪਰ ਹੁਣ ਕੋਈ ਚੋਰੀ, ਕੋਈ ਪਰਦਾ ਨਹੀਂ। ਮੈਂ ਦਿਲਗੀਤ ਜੀ ਤੁਹਾਡੇ ਕੋਲ ਮਾਫੀ ਚਾਹੁੰਦੀ ਹਾਂ ਕਿ ਤੁਹਾਡਾ ਅਸਲੀ ਨਾਮ ਮੈਂ ਲੁਕੋ ਕੇ ਰੱਖ ਰਹੀ ਹਾਂ, ਭਾਵੇਂ ਤੁਸੀਂ ਇਸ ਗੱਲ ਦੀ ਬੇਨਤੀ ਕੀਤੀ ਹੈ। ਅੱਗੋਂ ਇਹਨਾਂ ਨੇ ਲਿਖਿਆ, ਕਹਿੰਦੇ ਮੈਂ ਲੁਧਿਆਣੇ ਜ਼ਿਲ੍ਹੇ ਦੇ ਰਹਿਣ ਵਾਲਾ ਹਾਂ, ਸਿਰਫ 6 ਹੀ ਪੜ੍ਹਿਆ ਹਾਂ। ਪੰਜਾਬੀ ਵੀ ਬਹੁਤ ਵਧੀਆ ਅਤੇ ਸਹੀ ਨਹੀਂ ਲਿਖਣੀ ਆਉਂਦੀ, ਇਸ ਲਈ ਮੈਂ ਇਹ ਚਿੱਠੀ ਲਿਖ ਕੇ ਆਪਣੀ ਧਰਮ ਦੀ ਭੈਣ ਹਰਵਿੰਦਰ ਕੌਰ ਨੂੰ ਭੇਜ ਰਿਹਾ ਹਾਂ ਤਾਂ ਕਿ ਉਹ ਸਹੀ ਕਰਕੇ ਤੁਹਾਨੂੰ ਭੇਜ ਦੇਵੇ। ਇਸ ਪ੍ਰੋਗਰਾਮ ਬਾਰੇ ਵੀ ਉਹਨਾਂ ਨੇ ਹੀ ਮੈਨੂੰ ਦੱਸਿਆ ਸੀ ਅਤੇ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਸ਼ੁਕਰੀਆ ਹਰਵਿੰਦਰ ਕੌਰ ਹੋਣਾ ਦਾ ਵੀ ਕਿ ਉਹਨਾਂ ਨੇ ਅਗਾਂਹ ਕਿਸੇ ਤੱਕ ਇਹ ਗੱਲ ਪਹੁੰਚਾਈ ਜਿੱਥੇ ਇਹਨਾਂ ਨੇ ਖੁਦ ਇਹ ਚੀਜ਼ ਮਹਿਸੂਸ ਕੀਤੀ ਕਿ ਹਾਂ, ਦੱਬੀਆਂ ਹੋਈਆਂ ਗੱਲਾਂ, ਦੱਬੀਆਂ ਹੋਈਆਂ ਭਾਵਨਾਵਾਂ ਜਿਹੜੀਆਂ ਸਾਨੂੰ ਦਰਦ ਦਿੰਦੀਆਂ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਹਰ ਕੱਢਿਆ ਜਾ ਸਕਦਾ ਅਤੇ ਇਹ ਚਿੱਠੀ ਦੇ ਰੂਪ ਦੇ ਵਿੱਚ ਇਹਨਾਂ ਦੇ ਦਿਲ ਦੀਆਂ ਉਹ ਗੱਲਾਂ ਸਾਹਮਣੇ ਆਈਆਂ ਨੇ। ਕਹਿੰਦੇ ਮੈਂ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਜੰਮਿਆ ਪਲਿਆ 5 ਭੈਣਾਂ ਦਾ ਛੋਟਾ ਅਤੇ ਇਕਲੌਤਾ ਭਰਾ ਹਾਂ। ਗੌਰ ਨਾਲ ਸੁਣਨਾ ਇਸ ਪੂਰੀ ਕਹਾਣੀ ਨੂੰ। ਮੈਂ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਜੰਮਿਆ ਪਲਿਆ 5 ਭੈਣਾਂ ਦਾ ਛੋਟਾ ਅਤੇ ਇਕਲੌਤਾ ਭਰਾ ਹਾਂ। ਬਹੁਤ ਲਾਡ ਲਡਾਉਂਦੇ ਸੀ ਸਭ, ਇਸ ਲਈ ਹੱਦ ਤੋਂ ਵੱਧ ਵਿਗੜ ਗਿਆ ਸੀ। 3 ਵਾਰ 6ਵੀਂ 'ਚੋਂ ਫੇਲ ਹੋਇਆ, ਚੌਥੀ ਵਾਰੀ ਪਾਸ ਹੋ ਕੇ 7ਵੀਂ ਵਿੱਚ ਪਹੁੰਚਿਆ ਤਾਂ 3-4 ਮਹੀਨਿਆਂ ਵਿੱਚ ਹੀ ਮੈਂ ਪੜ੍ਹਾਈ ਦਾ ਭੋਗ ਪਾ ਦਿੱਤਾ। ਪੂਰਾ ਦਿਨ ਘਰੋਂ ਬਾਹਰ ਖੇਡਣਾ, ਗਏ ਸਕੂਲ ਹੁੰਦੇ ਸੀ, ਇਸ ਲਈ ਆਪਣੀ ਤੋਂ ਵੱਡਿਆਂ ਨਾਲ ਯਾਰੀ ਪਾ ਲਈ।
ਨਤੀਜਾ 13 ਸਾਲ ਦੀ ਉਮਰ ਵਿੱਚ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਬੀੜੀਆਂ ਤੋਂ ਸ਼ੁਰੂ ਹੋਇਆ ਨਸ਼ਾ 18-19 ਸਾਲਾਂ ਦੇ ਹੁੰਦਿਆਂ ਚਿੱਟੇ ਤੱਕ ਪਹੁੰਚ ਗਿਆ। ਇਹਨਾਂ ਦੀ ਪੂਰੀ ਕਹਾਣੀ ਤੁਸੀਂ ਜ਼ਰੂਰ ਸੁਣਿਓ ਕਿ ਮੈਨੂੰ ਇਹ ਲੱਗ ਰਿਹਾ ਜਿਸ ਵੇਲੇ ਮੈਂ ਚਿੱਠੀ ਤੁਹਾਡੇ ਲਈ ਇਹ ਪੜ੍ਹ ਰਹੀ ਹਾਂ ਕਿ ਇਹ ਇਕੱਲੇ ਦਿਲਗੀਤ ਦੀ ਕਹਾਣੀ ਨਹੀਂ ਹੈ। ਸ਼ਾਇਦ ਪੰਜਾਬ ਦੀ ਹਜ਼ਾਰਾਂ ਨੌਜਵਾਨਾਂ ਦੀ ਕਹਾਣੀ ਹੋ ਸਕਦੀ ਹੈ। ਅਤੇ ਇਸ ਚਿੱਠੀ ਨੂੰ ਪੜ੍ਹਦੇ ਵੇਲੇ ਮੈਂ ਇਹ ਵੀ ਮਹਿਸੂਸ ਕਰ ਰਹੀ ਹਾਂ ਕਿ ਜੇ ਇਸ ਚਿੱਠੀ ਨੂੰ ਵੱਧ ਤੋਂ ਵੱਧ ਅਗਾਂਹ ਤੁਸੀਂ ਸਾਂਝਾ ਕਰੋਗੇ, ਸ਼ਾਇਦ ਇਹ ਕਿਸੇ ਨਾ ਕਿਸੇ ਜੇ ਇੱਕ ਨੌਜਵਾਨ ਦੀ ਵੀ ਜ਼ਿੰਦਗੀ ਬਚ ਸਕੇ ਇਸ ਚਿੱਠੀ ਨੂੰ ਸੁਣ ਕੇ, ਤਾਂ ਬਹੁਤ ਵੱਡੀ ਗੱਲ ਹੋਏਗੀ। ਅੱਗੇ ਇਹਨਾਂ ਦੀ ਕਹਾਣੀ ਮੈਂ ਸੁਣਾ ਰਹੀ ਹਾਂ। ਕਹਿੰਦੇ ਬੀੜੀਆਂ ਤੋਂ ਸ਼ੁਰੂ ਹੋਇਆ ਨਸ਼ਾ 18-19 ਸਾਲ ਦਾ ਹੁੰਦਿਆਂ ਚਿੱਟੇ ਤੱਕ ਪਹੁੰਚ ਗਿਆ। ਭੈਣਾਂ ਦਿਨ ਰਾਤ ਲੋਕਾਂ ਦੇ ਕੱਪੜੇ ਸਿਉਂ ਕੇ ਪੈਸੇ ਇਕੱਠੇ ਕਰਦੀਆਂ ਅਤੇ ਮੈਂ ਉਸ ਪੈਸੇ ਦਾ ਨਸ਼ਾ ਖਾਂਦਾ। ਇੱਕ ਇੱਕ ਕਰਕੇ ਵੱਡੀਆਂ 3 ਭੈਣਾਂ ਦਾ ਵਿਆਹ ਹੋ ਗਿਆ। ਕਮਾਈ ਘਟ ਗਈ ਅਤੇ ਬਾਪੂ ਨੂੰ ਕਰਜ਼ੇ ਨੇ ਘੇਰ ਲਿਆ। ਮਾਂ ਨੇ ਬੜੇ ਤਰਲੇ ਕੀਤੇ ਕਿ ਪੁੱਤ ਤੂੰ ਕਿਸੇ ਕੰਮ 'ਤੇ ਲੱਗ ਜਾ, ਬਾਪੂ ਦਾ ਸਹਾਰਾ ਬਣ ਜਾ। ਪਰ ਮੈਨੂੰ ਕੋਈ ਫਰਕ ਨਹੀਂ ਸੀ। ਮਾਂ ਨਾਲ ਲੜ ਕੇ ਖੋਹ ਲੈਂਦਾ ਸੀ ਜੋ ਕੁਝ ਵੀ ਉਸ ਕੋਲ ਹੁੰਦਾ ਸੀ। ਫਿਰ ਉਹ ਸਮਾਂ ਆਇਆ ਜਦ ਮਾਂ ਕੋਲ ਕੁਝ ਵੀ ਨਹੀਂ ਸੀ ਹੁੰਦਾ ਮੈਨੂੰ ਦੇਣ ਲਈ। ਮੈਂ ਲੜਦਾ, ਘਰ ਦਾ ਸਮਾਨ ਭੰਨ ਦਿੰਦਾ, ਚੋਰੀ ਚੀਜ਼ਾਂ ਚੁੱਕ ਕੇ ਵੇਚ ਦਿੰਦਾ। ਬਾਹਰ ਕੋਈ ਅਮੀਰ ਗਰੀਬ ਮੈਂ ਨਹੀਂ ਸੀ ਛੱਡਿਆ ਜਿਸ ਤੋਂ ਮੈਂ ਪੈਸੇ ਨਾ ਮੰਗੇ ਹੋਣ। ਚੋਰੀਆਂ ਵੀ ਕੀਤੀਆਂ, 2 ਵਾਰ ਜੇਲ੍ਹ ਵੀ ਜਾਣਾ ਪਿਆ। ਬਾਪੂ ਨੇ, ਭੈਣਾਂ ਤੇ ਜੀਜਿਆਂ ਨੇ, ਹਰ ਆਂਢੀ ਗੁਆਂਢੀ ਨੇ ਮੇਰੇ ਨਾਲੋਂ ਹਰ ਸਾਂਝ ਖਤਮ ਕਰ ਦਿੱਤੀ। ਪਰ ਮਾਂ ਨੇ ਕਦੇ ਸਾਥ ਨਾ ਛੱਡਿਆ, ਭਾਵੇਂ ਮੈਂ ਬਹੁਤ ਵਾਰ ਮਾਂ 'ਤੇ ਹੱਥ ਵੀ ਚੁੱਕਿਆ ਸੀ। ਅਖੀਰ ਮੇਰੇ 21ਵੇਂ ਜਨਮ ਦਿਨ 'ਤੇ ਮੈਂ ਪਾਰਟੀ ਲਈ ਮਾਂ ਤੋਂ ਪੈਸੇ ਮੰਗੇ। ਉਸ ਕੋਲ ਪੈਸੇ ਨਹੀਂ ਸਨ। ਮੈਂ ਮਾਂ ਨੂੰ ਬਹੁਤ ਕੁੱਟਿਆ ਅਤੇ ਮੋਟਰਸਾਈਕਲ ਲੈ ਕੇ ਘਰੋਂ ਭੱਜ ਗਿਆ। ਰਾਹ ਵਿੱਚ ਐਕਸੀਡੈਂਟ ਹੋ ਗਿਆ। ਸੱਟਾਂ ਖਾਸ ਨਹੀਂ ਸਨ ਪਰ ਬੇਹੋਸ਼ ਸੀ ਕਿਉਂਕਿ ਨਸ਼ਾ ਬਹੁਤ ਕੀਤਾ ਹੋਇਆ ਸੀ। ਜਦੋਂ ਹਸਪਤਾਲ ਵਿੱਚ ਸਵੇਰੇ ਅੱਖ ਖੁੱਲ੍ਹੀ ਤਾਂ ਮਾਂ ਸਿਰਹਾਣੇ ਬੈਠੀ ਸੀ। ਉਹਦੀਆਂ ਬਾਹਾਂ ਨੀਲੀਆਂ ਹੋਈਆਂ ਸਨ ਅਤੇ ਮੂੰਹ 'ਤੇ ਵੀ ਸੱਟਾਂ ਸਨ। ਮੈਂ ਪੁੱਛਿਆ, ਬੀਬੀ ਆਹ ਕੀ ਹੋਇਆ? ਤੇਰੇ ਇੰਨੀਆਂ ਸੱਟਾਂ ਕਿਵੇਂ ਲੱਗੀਆਂ? ਤਾਂ ਕਹਿੰਦੀ, ਕੁਝ ਨਹੀਂ ਪੁੱਤ, ਮੱਝ ਨੂੰ ਬੰਨ੍ਹਣ ਲੱਗੀ ਸੀ, ਘੜੀਸ ਕੇ ਲੈ ਗਈ ਸੀ। ਦਿਨੇ ਅਸੀਂ ਘਰ ਆ ਗਏ। ਮੈਂ ਫਿਰ ਨਸ਼ੇੜੀ ਯਾਰਾਂ ਦੇ ਨਾਲ ਘਰੋਂ ਨਿਕਲ ਗਿਆ ਅਤੇ ਫਿਰ ਉਦੋਂ ਹੀ ਆਇਆ ਜਦੋਂ ਗੁਰਦੁਆਰੇ ਵਿੱਚ ਸੂਚਨਾ ਦਿੱਤੀ ਗਈ ਕਿ ਹਰਬੰਸ ਕੌਰ ਦੇ ਅੰਤਿਮ ਸੰਸਕਾਰ ਦੀ ਬਿਲਕੁਲ ਤਿਆਰੀ ਹੈ। ਮਾਂ ਸੁੱਤੀ ਹੀ ਰਹਿ ਗਈ ਸੀ। ਮੈਨੂੰ ਮੇਰੇ ਨਾਲ ਦੇ ਘਰ ਤਾਂ ਲੈ ਆਏ ਪਰ ਮੈਨੂੰ ਕੋਈ ਹੋਸ਼ ਨਹੀਂ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਆਪਣੀ ਮਾਂ ਦਾ ਮੂੰਹ ਆਖਰੀ ਵਾਰ ਦੇਖਿਆ ਵੀ ਜਾਂ ਨਹੀਂ। ਇਹ ਵੀ ਨਹੀਂ ਪਤਾ ਕਿ ਉਸ ਦੀ ਚਿਤਾ ਨੂੰ ਅੱਗ ਕਿਹਨੇ ਦਿੱਤੀ ਸੀ। ਪਰ ਮੈਨੂੰ ਅਜੇ ਵੀ ਕੋਈ ਫਰਕ ਨਹੀਂ ਸੀ। ਮੈਂ ਰੋਇਆ ਵੀ ਨਹੀਂ। ਰਾਤ ਨੂੰ ਜਦੋਂ ਘਰ ਦੇ ਸਾਰੇ ਬੈਠੇ ਸੀ ਤਾਂ ਭੂਆ ਨੇ ਕਹਿਤਾ, ਹੁਣ ਤਾਂ ਠੰਡ ਪੈ ਗਈ ਹੋਣੀ ਤੈਨੂੰ, ਪੱਟ ਤਾਂ ਮੇਰੇ ਭਰਾ ਦਾ ਘਰ, ਰੋਲ ਤਾਂ ਇਹਦਾ ਬੁਢਾਪਾ, ਖਾ ਗਿਆ ਆਪਣੀ ਮਾਂ ਨੂੰ। ਮੈਂ ਬੜੇ ਰੋਹਬ ਨਾਲ ਬੋਲਿਆ, ਮੈਂ ਨਹੀਂ, ਤੁਸੀਂ ਖਾ ਗਏ ਉਹਨੂੰ। ਜਦੋਂ ਮੱਝ ਨੇ ਇੰਨੀਆਂ ਸੱਟਾਂ ਮਾਰੀਆਂ ਸੀ ਤਾਂ ਉਹਨੂੰ ਹਸਪਤਾਲ ਕਿਉਂ ਨਹੀਂ ਲੈ ਕੇ ਗਏ? ਤੇ ਬਾਪੂ ਭੜਕ ਉੱਠਿਆ। ਮੱਝ ਨੇ ਨਹੀਂ, ਉਹਨੂੰ ਝੋਟੇ ਨੇ ਸੱਟਾਂ ਮਾਰੀਆਂ ਸਨ। ਉਹਦੀ ਆਪਣੀ ਕੁੱਖ 'ਚੋਂ ਜੰਮੇ ਹੋਏ ਝੋਟੇ ਨੇ। ਤੂੰ ਕੁੱਟਿਆ ਸੀ ਉਹਨੂੰ ਪੈਸੇ ਨਾ ਦੇਣ ਕਰਕੇ। ਤੇਰੇ ਜਨਮ ਦਿਨ ਦੀ ਪਾਰਟੀ ਵਾਸਤੇ ਪੈਸੇ ਮੰਗਦਾ ਸੀ। ਤੇਰੀ ਲੋਹੜੀ ਵੰਡਣ ਵੇਲੇ ਕੰਨਾਂ ਤੋਂ ਵਾਲੀਆਂ ਲਾਹ ਗਹਿਣੇ ਧਾਰ ਆਈ ਸੀ, ਮੁੜ ਕਦੇ ਨਹੀਂ ਛੁਡਾ ਸਕੀ। ਖਾਲੀ ਕੰਨਾਂ ਨਾਲ ਹੀ ਮਰ ਗਈ। ਕਹਿੰਦੀ ਹੁੰਦੀ ਸੀ, ਮੇਰੇ ਪੁੱਤ ਨੇ ਅਫਸਰ ਬਣ ਜਾਣਾ ਇੱਕ ਦਿਨ, ਪੜ੍ਹ ਲਿਖ ਕੇ ਬਥੇਰੀਆਂ ਵਾਲੀਆਂ ਬਣਾ ਲੂੰ। ਤੇ ਤੂੰ ਤਾਂ ਉਹਦੀ ਜਾਨ ਹੀ ਲੈ ਲਈ। ਪਹਿਲੀ ਵਾਰ ਮੈਨੂੰ ਮੇਰੇ ਅੰਦਰ ਕੁਝ ਟੁੱਟਦਾ ਪ੍ਰਤੀਤ ਹੋਇਆ, ਸਿਰ 'ਤੇ ਜਿਵੇਂ ਕੋਈ ਬਿਜਲੀ ਡਿੱਗ ਪਈ ਹੋਵੇ। ਮੈਂ ਘਰੋਂ ਨਿਕਲ ਗਿਆ। ਮੈਨੂੰ ਕਿਸੇ ਨਾ ਰੋਕਿਆ। ਮੇਰੀ ਆਤਮਾ ਮੈਨੂੰ ਲਾਹਣਤਾਂ ਪਾਉਣ ਲੱਗੀ। ਮੈਂ ਪੂਰੀ ਰਾਤ ਰੋਇਆ ਤੇ ਮਾਂ ਨੂੰ ਆਵਾਜ਼ਾਂ ਮਾਰਦਾ ਰਿਹਾ, ਉਹ ਕਿਤੋਂ ਨਾ ਆਈ। ਅੱਗੋਂ ਇਹਨਾਂ ਨੇ ਲਿਖਿਆ, ਕਹਿੰਦੇ ਸਵੇਰੇ 6 ਵਜੇ
ਮੈਂ ਫਾਹਾ ਲੈ ਕੇ ਮਰਨ ਦੀ ਕੋਸ਼ਿਸ਼ ਕੀਤੀ। ਕਿਸੇ ਨੇ ਦੇਖ ਲਿਆ ਤੇ ਸਿਵਲ ਹਸਪਤਾਲ ਲੈ ਗਏ। ਉੱਥੇ ਹੀ 16 ਜੂਨ ਨੂੰ ਭੈਣ ਹਰਵਿੰਦਰ ਕੌਰ ਦੇ ਨਾਲ ਮੁਲਾਕਾਤ ਹੋਈ। ਉਹ ਮੇਰੀ ਕਾਉਂਸਲਿੰਗ ਕਰਨ ਆਈ ਸੀ। ਮੈਂ ਭੈਣ ਦੇ ਸਾਹਮਣੇ ਪੂਰੀ ਤਰ੍ਹਾਂ ਟੁੱਟ ਗਿਆ ਸੀ। ਮੈਂ ਬਹੁਤ ਰੋਇਆ। ਮਾਂ ਤੋਂ ਬਾਅਦ ਹਰਵਿੰਦਰ ਭੈਣ ਹੀ ਸੀ ਜਿਹਨੇ ਮੇਰਾ ਹੰਝੂਆਂ ਤੇ ਪਸੀਨੇ ਨਾਲ ਭਿੱਜਿਆ ਮੂੰਹ ਆਪਣੀ ਚਿੱਟੀ ਤੇ ਮਹਿੰਗੀ ਚੁੰਨੀ ਦੇ ਨਾਲ ਪੂੰਝ ਦਿੱਤਾ ਸੀ ਤੇ ਮੈਨੂੰ ਕਲਾਵੇ ਵਿੱਚ ਲਿਆ ਤੇ ਕਿਹਾ, ਤੈਨੂੰ ਕਿਸੇ ਨੇ ਨਹੀਂ ਬਚਾਇਆ, ਤੇਰੀ ਬੀਬੀ ਨੇ ਹੀ ਬਚਾਇਆ ਹੈ। ਉਹ ਚਾਹੁੰਦੀ ਹੈ ਕਿ ਤੂੰ ਜੀਵੇਂ। ਜੇ ਤੈਨੂੰ ਆਪਣੇ ਗੁਨਾਹਾਂ ਦਾ, ਪਾਪਾਂ ਦਾ ਅਹਿਸਾਸ ਹੈ ਤਾਂ ਨਸ਼ਾ ਛੱਡ ਕੇ ਇਨਸਾਨ ਬਣ, ਆਪਣੇ ਬਾਪੂ ਦੀ ਸੇਵਾ ਕਰ। ਹਰ ਦਰ ਤੋਂ ਮਾਫੀ ਮਿਲ ਜਾਵੇਗੀ। ਮੈਨੂੰ ਆਪਣੀ ਵੱਡੀ ਭੈਣ ਮੰਨ। ਕੋਈ ਤੇਰਾ ਸਾਥ ਦੇਵੇ ਜਾਂ ਨਾ ਦੇਵੇ, ਮੈਂ ਇਸ ਸਫ਼ਰ ਵਿੱਚ ਤੇਰੇ ਨਾਲ ਰਹੂੰਗੀ। ਇਹ ਉਸ ਲੇਡੀ ਦੀ ਗੱਲ ਕਰ ਰਿਹਾ ਜਿਹੜੀ ਇਹਨਾਂ ਦੀ ਕਾਉਂਸਲਰ ਬਣੀ ਅਤੇ ਜਿਨ੍ਹਾਂ ਨੂੰ ਇਹਨਾਂ ਨੇ ਹੁਣ ਇਹ ਚਿੱਠੀ ਲਿਖ ਕੇ ਭੇਜੀ ਹੈ ਹਰਵਿੰਦਰ ਕੌਰ ਹੁਣਾਂ ਨੂੰ, ਆਪਣੇ ਦਿਲ ਦੀ ਗੱਲ ਖੋਲ੍ਹ ਕੇ ਉਹਨਾਂ ਦਾ ਜ਼ਿਕਰ ਆ ਰਿਹਾ। ਕਹਿੰਦੇ ਇਸ ਸਫ਼ਰ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਤੇਰੇ ਨਾਲ ਰਹੂੰਗੀ। ਮੈਨੂੰ ਇੱਕ ਵਾਰ ਇੱਦਾਂ ਲੱਗਿਆ ਜਿਵੇਂ ਮੇਰੇ ਸਾਹਮਣੇ ਮੇਰੀ ਮਾਂ ਹੀ ਖੜੀ ਹੋਵੇ। ਮੈਂ ਭੈਣ ਦੇ ਪੈਰੀਂ ਹੱਥ ਲਾਏ ਤੇ ਵਾਅਦਾ ਕੀਤਾ ਕਿ ਮੈਂ ਨਸ਼ਾ ਛੱਡੂੰਗਾ। ਪਰ ਇਹ ਸਫ਼ਰ ਇੰਨਾ ਸੌਖਾ ਨਹੀਂ ਸੀ। ਚੌਥੇ ਦਿਨ ਮੈਂ ਉੱਥੋਂ ਭੱਜ ਗਿਆ ਤੇ ਹਰਵਿੰਦਰ ਭੈਣ, ਜਿਸ ਦਾ ਮੈਂ ਕੁਝ ਵੀ ਨਹੀਂ ਸਾਂ, ਕੋਈ ਵੀ ਨਹੀਂ ਸਾਂ, ਮੈਨੂੰ ਲੱਭਣ ਲਈ ਦਰ-ਦਰ ਭਟਕ ਰਹੀ ਸੀ। ਮੇਰੇ ਬਾਪੂ ਤੇ ਹੋਰ ਫੈਮਿਲੀ ਨੇ ਭੈਣ ਦੀ ਮਦਦ ਕਰਨ ਤੋਂ ਸਾਫ਼ ਨਾ ਕਰ ਦਿੱਤੀ ਸੀ। ਪਰ ਭੈਣ ਨੇ ਹਾਰ ਨਹੀਂ ਮੰਨੀ, ਮੇਰੀ ਮਾਂ ਵਾਂਗੂ। ਹਫ਼ਤੇ ਬਾਅਦ ਭੈਣ ਨੇ ਮੈਨੂੰ ਲੱਭ ਲਿਆ ਤੇ ਇੱਕ ਬਹੁਤ ਵਧੀਆ ਰੀਹੈਬ ਦੇ ਵਿੱਚ ਦਾਖਲ ਕਰਵਾ ਦਿੱਤਾ। ਮੈਂ ਸਾਲ ਭਰ ਉੱਥੇ ਰਿਹਾ। ਭੈਣ ਘੰਟਿਆਂ ਬੱਧੀ ਮੇਰੇ ਨਾਲ ਫ਼ੋਨ 'ਤੇ ਗੱਲਾਂ ਕਰਦੀ ਤੇ ਹੌਸਲਾ ਦਿੰਦੀ ਰਹਿੰਦੀ। ਤੇ ਭੈਣ ਹੀ ਸੀ ਜਿਸ ਨੇ ਮੇਰੇ ਬਾਪੂ ਦੇ ਅੰਦਰ ਮੇਰੇ ਲਈ ਦੁਬਾਰਾ ਪਿਆਰ ਤੇ ਹਮਦਰਦੀ ਜਗਾ ਦਿੱਤੀ। ਮੈਂ ਨਸ਼ਾ ਛੱਡ ਗਿਆ, ਇਨਸਾਨ ਬਣ ਗਿਆ। ਸਭ ਨੇ ਮੈਨੂੰ ਫੇਰ ਅਪਣਾ ਲਿਆ, ਪਰ ਮਾਂ ਨਹੀਂ ਸੀ ਦਿਸਦੀ। ਉਸ ਦਾ ਜ਼ਿੰਮੇਵਾਰ ਮੈਂ ਸੀ। ਮੈਂ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਸਕਦਾ। ਅੱਗੋਂ ਇਹਨਾਂ ਨੇ ਲਿਖਿਆ, ਕਹਿੰਦੇ ਕਿ 2018 ਦੇ ਵਿੱਚ ਮੇਰਾ ਵਿਆਹ ਵੀ ਹੋ ਗਿਆ। ਰੱਬ ਅੱਗੇ ਅਰਦਾਸ ਕੀਤੀ ਕਿ ਜੇ ਪੁੱਤ ਮੇਰੇ ਵਰਗੇ ਹੁੰਦੇ ਆ ਤਾਂ ਮੈਨੂੰ ਨਹੀਂ ਚਾਹੀਦਾ। ਧੀਆਂ ਹੀ ਦੇਵੀਂ, ਮੇਰੀ ਮਾਂ ਵਰਗੀਆਂ ਜਾਂ ਹਰਵਿੰਦਰ ਭੈਣ ਵਰਗੀਆਂ। ਰੱਬ ਨੇ ਸੁਣ ਲਈ। ਪਹਿਲੀ ਧੀ ਹੋਈ ਤੇ ਉਸ ਦਾ ਨਾਮ ਮੈਂ ਰੱਖਿਆ ਹਰਵਿੰਦਰ ਜੋਤ ਕੌਰ। ਸ਼ੁਕਰੀਆ ਤੇਰਾ ਭੈਣੇ, ਹਮੇਸ਼ਾ ਮੇਰੇ ਨਾਲ ਖੜੀ ਰਹਿਣ ਲਈ। ਤੇਰਾ ਕਿਹਾ ਮੇਰੀ ਬੀਬੀ ਨੇ ਕਦੇ ਨਹੀਂ ਮੋੜਨਾ। ਤੂੰ ਮਨਾ ਲੈ ਉਸ ਨੂੰ। ਅਗਲੇ ਜਨਮ ਵਿੱਚ ਵੀ ਮੈਨੂੰ ਆਪਣੀ ਕੁੱਖ ਤੋਂ ਜੰਮੇ ਤਾਂ ਕਿ ਉਸ ਦੀ ਸੇਵਾ ਕਰਕੇ ਆਪਣੇ ਇਸ ਜਨਮ ਦੇ ਗੁਨਾਹ ਬਖਸ਼ਾ ਸਕਾਂ। ਅਖੀਰ 'ਚ ਇਹਨਾਂ ਨੇ ਲਿਖਿਆ, ਕਹਿੰਦੇ ਮੈਂ ਆਪਣੀ ਮਾਂ ਦਾ ਹੀ ਨਹੀਂ, ਦੁਨੀਆ ਦੀ ਹਰ ਮਾਂ ਦਾ ਗੁਨਾਹਗਾਰ ਹਾਂ। ਮੈਂ ਮਾफ़ੀ ਦਾ ਹੱਕਦਾਰ ਤਾਂ ਨਹੀਂ, ਪਰ ਅੰਮੀਆਂ ਦੇ ਦਿਲ ਬੜੇ ਵੱਡੇ ਹੁੰਦੇ ਨੇ। ਬਖਸ਼ ਦਿਓ ਮੇਰੇ ਪਾਪਾ ਨੂੰ, ਮਾफ़ ਕਰ ਦਿਓ ਮੇਰੇ ਗੁਨਾਹਾਂ ਨੂੰ। ਕੋਈ ਤਾਂ ਰਾਹ ਹੋਵੇ ਕਿ ਆਪਣੇ ਮਨ ਦੇ ਬੋਝ ਨੂੰ ਹਲਕਾ ਕਰ ਸਕਾਂ। ਜੀ ਰਿਹਾ ਹਾਂ ਪਰ ਔਖਾ ਹੈ ਜਿਉਣਾ। ਦੁਨੀਆ ਦੀ ਹਰ ਔਲਾਦ ਨੂੰ ਬੇਨਤੀ ਹੈ ਕਿ ਮਾਵਾਂ ਨਹੀਂ ਮਿਲਦੀਆਂ ਦੁਬਾਰਾ। ਹਾੜਾ ਹੀ ਹੋਏ, ਮਾਵਾਂ ਦਾ ਦਿਲ ਨਾ ਦੁਖਾਇਓ। ਮਾਂ ਰੁੱਸ ਜਾਏ ਤਾਂ ਸਾਰੀ ਦੁਨੀਆ ਰੁੱਸ ਜਾਂਦੀ ਹੈ। ਉਹੀ ਘਰ ਅਮੀਰ ਹੁੰਦੇ ਹਨ ਜਿੱਥੇ ਬਜ਼ੁਰਗਾਂ ਦੇ ਚਿਹਰੇ 'ਤੇ ਖੁਸ਼ੀ ਹੁੰਦੀ ਹੈ। ਬਰਕਤਾਂ ਉੱਥੇ ਹੀ ਵਸਦੀਆਂ ਨੇ ਜਿੱਥੇ ਮਾਵਾਂ ਹੱਸਦੀਆਂ ਤੇ ਵਸਦੀਆਂ ਨੇ। ਸਤਿ ਸ਼੍ਰੀ ਅਕਾਲ। ਇਹ ਚਿੱਠੀ ਜਦੋਂ ਮੈਂ ਪੜ੍ਹ ਰਹੀ ਹਾਂ, ਮੇਰਾ ਗਲਾ ਭਰ ਰਿਹਾ, ਮੇਰੀਆਂ ਅੱਖਾਂ ਭਰ ਰਹੀਆਂ। ਮੈਂ ਮਹਿਸੂਸ ਕਰ ਸਕਦੀ ਹਾਂ ਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਹੋਰ ਕਿੰਨੀਆਂ ਕਹਾਣੀਆਂ ਹੋਣਗੀਆਂ ਅਤੇ ਕਿੰਨੇ ਨੌਜਵਾਨ ਹੋਣਗੇ ਜਿਹੜੇ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਹੋਣਗੇ। ਇੱਕ ਗੱਲ ਤਾਂ ਪੱਕੀ ਹੈ ਕਿ ਮਾਵਾਂ ਦੇ ਦਿਲ ਸੱਚਮੁੱਚ ਬਹੁਤ ਵੱਡੇ ਹੁੰਦੇ ਆ। ਮੈਂ ਕਿਤੇ ਪੜ੍ਹਿਆ ਸੀ, ਕਹਿੰਦੇ ਕਿ ਰੱਬ ਹਰ ਥਾਂ ਨਹੀਂ ਸੀ ਪਹੁੰਚ ਸਕਦਾ, ਇਸ ਕਰਕੇ ਉਹਨੇ ਮਾਵਾਂ ਬਣਾ ਦਿੱਤੀਆਂ। ਖੈਰ, ਇਹ ਚਿੱਠੀ ਤੁਸੀਂ ਸਾਰਿਆਂ ਨੇ ਸੁਣੀ ਹੈ। ਮੈਂ ਇਹਦੇ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਸ ਚਿੱਠੀ ਦਾ ਹਰ ਇੱਕ ਲਫ਼ਜ਼ ਆਪਣੇ ਆਪ ਬੋਲ ਰਿਹਾ ਹੈ। ਹਰ ਇੱਕ ਲਫ਼ਜ਼ ਦਾ ਆਪਣੇ ਆਪ ਦੇ ਵਿੱਚ ਇੱਕ ਡੂੰਘਾ ਅਰਥ ਵੀ ਹੈ। ਅਖੀਰ 'ਚ ਸਿਰਫ ਇੰਨੀ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਆਉਂਦੀ ਆ
ਜਿਹਦੇ ਨਾਲ ਕਿਸੇ ਦੂਸਰੇ ਨੂੰ ਕੋਈ ਸਿੱਖਿਆ ਮਿਲ ਸਕਦੀ ਹੈ, ਜ਼ਿੰਦਗੀ ਦੇ ਵਿੱਚ ਕੋਈ ਸੁਧਾਰ ਹੋ ਸਕਦਾ ਹੈ। ਉਹ ਗੱਲ ਸਾਨੂੰ ਅੱਗੇ ਵਧਾਉਣੀ ਚਾਹੀਦੀ ਹੈ। ਅਤੇ ਜਿਹੜੀ ਹਰਵਿੰਦਰ ਕੌਰ ਹੋਣਾ ਦਾ ਮੁੜ ਕੇ ਇਹਨਾਂ ਨੇ ਜ਼ਿਕਰ ਕੀਤਾ, ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦੀ ਹਾਂ ਕਿ ਜਿਸ ਸ਼ਿੱਦਤ ਦੇ ਨਾਲ, ਜਿਹੜੀ ਮਿਹਨਤ ਦੇ ਨਾਲ ਉਹਨਾਂ ਨੇ ਇੱਕ ਹੈਵਾਨ ਬਣ ਚੁੱਕੇ ਵਿਅਕਤੀ ਨੂੰ ਇਨਸਾਨ ਬਣਾਉਣ ਦੀ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ, ਉਹਦੇ ਵਿੱਚ ਉਹ ਕਾਮਯਾਬ ਹੋਏ। ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਦਿਲਗੀਤ, ਤੁਸੀਂ ਵੀ ਵਧਾਈ ਦੇ ਪਾਤਰ ਹੋ। ਸਾਰੀ ਉਮਰ ਗੁਨਾਹ ਦਾ ਜਿਹੜਾ ਆਪਣੇ ਅੰਦਰ ਅਹਿਸਾਸ ਲੈ ਕੇ ਆਪਾਂ ਜੀ ਨਹੀਂ ਸਕਦੇ। ਜ਼ਿੰਦਗੀ 'ਚ ਅਗਾਂਹ ਵਧਣਾ ਪੈਂਦਾ, ਪਰ ਇਹ ਗੱਲ ਵੀ ਜ਼ਰੂਰੀ ਹੈ ਕਿ ਜਦੋਂ ਸਾਨੂੰ ਪਛਤਾਵਾ ਹੁੰਦਾ, ਰਿਗਰੈਟ ਹੁੰਦਾ, ਉਸ ਵੇਲੇ ਜਦੋਂ ਅਸੀਂ ਸੱਚੇ ਦਿਲੋਂ ਪਛਤਾਵਾ ਕਰਦੇ ਹਾਂ, ਕੋਈ ਉਹੋ ਜਿਹੀ ਗਲਤੀ ਦੁਬਾਰਾ ਨਹੀਂ ਕਰਦੇ। ਜਾਂ ਤੁਸੀਂ ਆਪਣੇ ਆਲੇ ਦੁਆਲੇ ਕੋਈ ਇਹੋ ਜਿਹਾ ਹੋਰ ਨੌਜਵਾਨ ਦੇਖਦੇ ਹੋਵੋ, ਜੇ ਕਿਤੇ ਉਹਨੂੰ ਵੀ ਵਾਪਸ ਰਸਤੇ 'ਤੇ ਲਿਆ ਸਕੋ, ਸ਼ਾਇਦ ਤੁਹਾਡਾ ਜਿਹੜਾ ਉਹ ਪਛਤਾਵਾ ਅਸਲੀ ਪਛਤਾਵਾ ਹੋਏਗਾ। ਇਹ ਸੀ ਜੀ ਅੱਜ ਦੀ ਚਿੱਠੀ, ਪੰਜਾਬ ਤੋਂ ਆਈ ਸੀ ਦਿਲਗੀਤ ਉਹਨਾਂ ਦੀ। ਅਤੇ ਹੁਣ ਤੁਹਾਡੇ ਸਾਰਿਆਂ ਲਈ ਇਹੀ ਬੇਨਤੀ ਹੈ, ਇਹ ਗੁਜ਼ਾਰਿਸ਼ ਹੈ ਕਿ ਇਸ ਚਿੱਠੀ ਨੂੰ ਤੁਸੀਂ ਜ਼ਰੂਰ ਵੱਧ ਤੋਂ ਵੱਧ ਸਾਂਝਾ ਕਰਿਓ। ਇਹਦਾ ਕਾਰਨ ਕੀ ਹੈ, ਇਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ। ਬਹੁਤ ਸਾਰੇ ਗੀਤ ਆਉਂਦੇ ਨੇ, ਬਹੁਤ ਸਾਰੀਆਂ ਖਬਰਾਂ ਆਉਂਦੀਆਂ ਨੇ, ਰੋਜ਼ਾਨਾ ਅਸੀਂ ਇਹ ਗੱਲਾਂ ਬਾਤਾਂ ਸੁਣਦੇ ਰਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਾਰਨ ਕੀ ਹਾਲਤ ਹੈ। ਪਰ ਇਸ ਤਰ੍ਹਾਂ ਕਿਸੇ ਨੌਜਵਾਨ ਦੀ ਕਹਾਣੀ ਸੁਣਨ ਦਾ ਸ਼ਾਇਦ ਤੁਹਾਨੂੰ ਮੌਕਾ ਨਾ ਮਿਲਿਆ ਹੋਵੇ। ਇਹ ਕਹਾਣੀ ਵੱਧ ਤੋਂ ਵੱਧ ਸਾਂਝੀ ਜ਼ਰੂਰ ਕਰਿਓ। ਅਤੇ ਚਿੱਠੀਆਂ ਲਿਖੀਆਂ ਦੇ ਵਿੱਚ ਤੁਹਾਡੀਆਂ ਚਿੱਠੀਆਂ ਦਾ ਹਮੇਸ਼ਾ ਮੈਨੂੰ ਇੰਤਜ਼ਾਰ ਰਹੇਗਾ। ਚਿੱਠੀ ਲਿਖਣ ਦੇ ਲਈ navjot.tillonwall@gmail.com ਤੁਸੀਂ ਈਮੇਲ ਕਰ ਸਕਦੇ ਹੋ, ਜਾਂ ਦੂਸਰਾ ਜ਼ਰੀਆ ਉਹੀ ਹੈ, WhatsApp ਨੰਬਰ ਮੇਰਾ ਹੈ 17787129,000। ਜੇ ਹਾਲੇ ਤੱਕ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰੋ। ਜੇ ਇਹ ਜਿਹੜੀਆਂ ਪਹਿਲਾਂ ਚਿੱਠੀਆਂ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ, ਤੁਸੀਂ ਉਹਨਾਂ ਨੂੰ ਨਹੀਂ ਸੁਣਿਆ, ਉਹ ਵੀ ਚਿੱਠੀਆਂ ਜ਼ਰੂਰ ਸੁਣਿਓ। ਕਈ ਚਿੱਠੀਆਂ ਸੀ ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਗੱਲ ਆਈ ਸੀ ਇੰਟਰਨੈਸ਼ਨਲ ਸਟੂਡੈਂਟਸ ਦੀ, ਜਿਹੜੇ ਕੈਨੇਡਾ ਦੇ ਵਿੱਚ ਆਏ ਹੋਏ ਨੇ। ਉਹ ਵੀ ਜ਼ਰੂਰ ਚਿੱਠੀਆਂ ਸੁਣਨ ਵਾਲੀਆਂ ਨੇ। ਹੋ ਸਕਦਾ ਕਿ ਤੁਸੀਂ ਉਹ ਚਿੱਠੀਆਂ ਮਿਸ ਕਰ ਗਏ ਹੋਵੋ। ਇਸ ਕਰਕੇ ਅਗਾਂਹ ਤੋਂ ਜੇ ਕੋਈ ਚਿੱਠੀ ਤੁਹਾਡੀ ਮਿਸ ਨਾ ਹੋਵੇ, ਸਬਸਕ੍ਰਾਈਬ ਜ਼ਰੂਰ ਕਰੋ ਇਸ ਚੈਨਲ ਨੂੰ। ਤੁਹਾਡੀਆਂ ਚਿੱਠੀਆਂ ਦਾ ਇੰਤਜ਼ਾਰ ਰਹੇਗਾ। ਬਹੁਤ ਬਹੁਤ ਸ਼ੁਕਰੀਆ।